मेरे प्यारे देशवासियों, नमस्कार। ਆਪਾਂ ਸਭ ਨੂੰ ਪਤਾ ਹੈ ਅੱਜ ਮੇਜਰ ਧਿਆਨ ਚੰਦ ਜੀ ਦੀ ਜਨਮ ਜਯੰਤੀ ਹੈ ਅਤੇ ਸਾਡਾ ਦੇਸ਼ ਉਹਨਾਂ ਦੀ ਯਾਦ ਵਿੱਚ ਇਸ ਨੂੰ ਕੌਮੀ ਖੇਡ ਦਿਵਸ ਦੇ ਰੂਪ ਵਿੱਚ ਮਨਾਉਂਦਾ ਵੀ ਹੈ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਸ ਵੇਲੇ ਮੇਜਰ ਧਿਆਨ ਚੰਦ ਜੀ ਦੀ ਆਤਮਾ ਜਿੱਥੇ ਵੀ ਹੋਵੇਗੀ ਬਹੁਤ ਹੀ ਪ੍ਰਸੰਨਤਾ ਦਾ ਅਨੁਭਵ ਕਰਦੀ ਹੋਵੇਗੀ, ਕਿਉਂਕਿ ਦੁਨੀਆ ਵਿੱਚ ਭਾਰਤ ਦੀ ਹਾਕੀ ਦਾ ਡੰਕਾ ਵਜਾਉਣ ਦਾ ਕੰਮ ਧਿਆਨ ਚੰਦ ਜੀ ਦੀ ਹਾਕੀ ਨੇ ਕੀਤਾ ਸੀ ਅਤੇ 4 ਦਹਾਕਿਆਂ ਬਾਅਦ ਲਗਭਗ 41 ਸਾਲ ਦੇ ਬਾਅਦ ਭਾਰਤ ਦੇ ਨੌਜਵਾਨਾਂ ਨੇ, ਬੇਟੇ ਅਤੇ ਬੇਟੀਆਂ ਨੇ ਹਾਕੀ ਦੇ ਅੰਦਰ ਫਿਰ ਤੋਂ ਇੱਕ ਵਾਰ ਜਾਨ ਭਰ ਦਿੱਤੀ ਅਤੇ ਹੋਰ ਕਿੰਨੇ ਵੀ ਤਮਗੇ ਕਿਉਂ ਨਾ ਮਿਲ ਜਾਣ, ਪਰ ਜਦੋਂ ਤੱਕ ਹਾਕੀ ਵਿੱਚ ਤਮਗਾ ਨਹੀਂ ਮਿਲਦਾ ਭਾਰਤ ਦਾ ਕੋਈ ਵੀ ਨਾਗਰਿਕ ਜਿੱਤ ਦਾ ਆਨੰਦ ਨਹੀਂ ਲੈ ਸਕਦਾ। ਅਤੇ ਇਸ ਵਾਰ ਓਲੰਪਿਕ ਵਿੱਚ ਹਾਕੀ ਦਾ ਤਮਗਾ ਮਿਲਿਆ, 4 ਦਹਾਕਿਆਂ ਦੇ ਬਾਅਦ ਮਿਲਿਆ। ਤੁਸੀਂ ਕਲਪਨਾ ਕਰ ਸਕਦੇ ਹੋ ਮੇਜਰ ਧਿਆਨ ਚੰਦ ਜੀ ਦੇ ਦਿਲ ਉੱਤੇ, ਉਹਨਾਂ ਦੀ ਆਤਮਾ ਉੱਤੇ, ਉਹ ਜਿੱਥੇ ਹੋਣਗੇ ਉੱਥੇ ਕਿੰਨੀ ਪ੍ਰਸੰਨਤਾ ਹੁੰਦੀ ਹੋਵੇਗੀ। ਅਤੇ ਧਿਆਨ ਚੰਦ ਜੀ ਦਾ ਪੂਰਾ ਜੀਵਨ ਖੇਡਾਂ ਨੂੰ ਸਮਰਪਿਤ ਸੀ ਅਤੇ ਇਸ ਲਈ ਅੱਜ ਜਦੋਂ ਸਾਨੂੰ ਦੇਸ਼ ਦੇ ਨੌਜਵਾਨਾਂ ਵਿੱਚ, ਸਾਡੇ ਬੇਟੇ ਬੇਟੀਆਂ ਵਿੱਚ ਖੇਡਾਂ ਦੇ ਪ੍ਰਤੀ ਜੋ ਖਿੱਚ ਨਜ਼ਰ ਆ ਰਹੀ ਹੈ, ਮਾਤਾ ਪਿਤਾ ਨੂੰ ਵੀ ਬੱਚੇ ਜੇਕਰ ਖੇਡਾਂ ਵਿੱਚ ਅੱਗੇ ਜਾ ਰਹੇ ਨੇ ਤਾਂ ਖੁਸ਼ੀ ਹੋ ਰਹੀ ਹੈ। ਇਹ ਜੋ ਡੂੰਘੀ ਚਾਹ ਦਿਖ ਰਹੀ ਹੈ ਨਾ, ਮੈਂ ਸਮਝਦਾ ਹਾਂ ਇਹੀ ਮੇਜਰ ਧਿਆਨ ਚੰਦ ਜੀ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੈ। ਸਾਥੀਓ, ਜਦੋਂ ਖੇਡ ਕੁੱਦ ਦੀ ਗੱਲ ਹੁੰਦੀ ਹੈ ਨਾ ਤਾਂ ਸੁਭਾਵਿਕ ਹੈ ਸਾਡੇ ਸਾਹਮਣੇ ਪੂਰੀ ਨੌਜਵਾਨ ਪੀੜ੍ਹੀ ਨਜ਼ਰ ਆਉਂਦੀ ਹੈ ਅਤੇ ਜਦੋਂ ਨੌਜਵਾਨ ਪੀੜ੍ਹੀ ਵੱਲ ਗੌਰ ਨਾਲ ਵੇਖਦੇ ਹਾਂ ਕਿੰਨਾ ਵੱਡਾ ਬਦਲਾਅ ਨਜ਼ਰ ਆ ਰਿਹਾ ਹੈ। ਨੌਜਵਾਨਾਂ ਦਾ ਮਨ ਬਦਲ ਚੁੱਕਿਆ ਹੈ ਅਤੇ ਅੱਜ ਦਾ ਨੌਜਵਾਨ ਮਨ ਘਸੇ ਪੁਰਾਣੇ ਤੌਰ ਤਰੀਕਿਆਂ ਨਾਲੋਂ ਕੁਝ ਨਵਾਂ ਕਰਨਾ ਚਾਹੁੰਦਾ ਹੈ, ਹਟ ਕੇ ਕਰਨਾ ਚਾਹੁੰਦਾ ਹੈ। ਅੱਜ ਦਾ ਨੌਜਵਾਨ ਮਨ ਬਣੇ ਬਣਾਏ ਰਾਹਾਂ ਉੱਤੇ ਚੱਲਣਾ ਨਹੀਂ ਚਾਹੁੰਦਾ, ਉਹ ਨਵੇਂ ਰਾਹ ਬਣਾਉਣਾ ਚਾਹੁੰਦਾ ਹੈ, ਅਨਨੋਨ ਜਗ੍ਹਾ ਉੱਤੇ ਕਦਮ ਰੱਖਣਾ ਚਾਹੁੰਦਾ ਹੈ। ਮੰਜ਼ਿਲ ਵੀ ਨਵੀਂ, ਨਿਸ਼ਾਨੇ ਵੀ ਨਵੇਂ, ਰਾਹ ਵੀ ਨਵੀਂ ਤੇ ਚਾਹ ਵੀ ਨਵੀਂ। ਜਦੋਂ ਇੱਕ ਵਾਰ ਮਨ ਵਿੱਚ ਧਾਰ ਲੈਂਦਾ ਹੈ ਨਾ ਨੌਜਵਾਨ, ਜੀ ਜਾਨ ਨਾਲ ਜੁਟ ਜਾਂਦਾ ਹੈ, ਦਿਨ ਰਾਤ ਮਿਹਨਤ ਕਰ ਰਿਹਾ ਹੈ। ਆਪਾਂ ਵੇਖਦੇ ਹਾਂ ਹਾਲੇ ਕੁਝ ਸਮਾਂ ਪਹਿਲਾਂ ਹੀ ਭਾਰਤ ਨੇ ਆਪਣੇ ਸਪੇਸ ਸੈਕਟਰ ਨੂੰ ਓਪਨ ਕੀਤਾ ਅਤੇ ਵੇਖਦੇ ਹੀ ਵੇਖਦੇ ਨੌਜਵਾਨ ਪੀੜ੍ਹੀ ਨੇ ਉਸ ਮੌਕੇ ਨੂੰ ਫੜ ਲਿਆ ਅਤੇ ਇਸ ਦਾ ਫਾਇਦਾ ਚੁੱਕਣ ਲਈ ਕਾਲਜਾਂ ਦੇ ਸਟੂਡੈਂਟਸ, ਯੂਨੀਵਰਸਿਟੀ, ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਨੌਜਵਾਨ ਵੱਧ ਚੜ੍ਹ ਕੇ ਅੱਗੇ ਆਏ ਨੇ ਅਤੇ ਮੈਨੂੰ ਪੱਕਾ ਭਰੋਸਾ ਹੈ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੀ ਗਿਣਤੀ ਅਜਿਹੇ ਸੈਟੇਲਾਈਟਸ ਦੀ ਹੋਵੇਗੀ ਜੋ ਸਾਡੇ ਨੌਜਵਾਨਾਂ ਨੇ, ਸਾਡੇ ਵਿਦਿਆਰਥੀਆਂ ਨੇ, ਸਾਡੇ ਕਾਲਜਿਸ ਨੇ, ਸਾਡੀਆਂ ਯੂਨੀਵਰਸਿਟੀਜ਼ ਨੇ, ਲੈਬ ਵਿੱਚ ਕੰਮ ਕਰਨ ਵਾਲੇ ਸਟੂਡੈਂਟਸ ਨੇ ਕੰਮ ਕੀਤਾ ਹੋਵੇਗਾ। ਇਸੇ ਤਰ੍ਹਾਂ ਅੱਜ ਜਿੱਥੇ ਵੀ ਵੇਖੋ, ਕਿਸੇ ਵੀ ਪਰਿਵਾਰ ਵਿੱਚ ਜਾਓ, ਕਿੰਨਾ ਹੀ ਅਮੀਰ ਪਰਿਵਾਰ ਹੋਵੇ, ਪੜ੍ਹੇ ਲਿਖੇ ਪਰਿਵਾਰ ਹੋਣ, ਪਰ ਜੇਕਰ ਉਸ ਪਰਿਵਾਰ ਵਿੱਚ ਨੌਜਵਾਨ ਨਾਲ ਗੱਲ ਕਰੀਏ ਤਾਂ ਉਹ ਕੀ ਕਹਿੰਦਾ ਹੈ? ਉਹ ਆਪਣੇ ਪਰਿਵਾਰ ਦੀਆਂ ਪਰੰਪਰਾਵਾਂ ਤੋਂ ਹਟ ਕੇ ਕਹਿੰਦਾ ਹੈ ਮੈਂ ਤਾਂ ਸਟਾਰਟਅਪ ਕਰਾਂਗਾ, ਸਟਾਰਟਅਪਸ ਵਿੱਚ ਚਲਾ ਜਾਵਾਂਗਾ। ਭਾਵ ਰਿਸਕ ਲੈਣ ਲਈ ਉਸ ਦਾ ਮਨ ਉਤਾਵਲਾ ਹੈ। ਅੱਜ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਸਟਾਰਟਅਪ ਕਲਚਰ ਦਾ ਵਿਸਥਾਰ ਹੋ ਰਿਹਾ ਹੈ ਅਤੇ ਮੈਂ ਉਸ ਵਿੱਚ ਰੌਸ਼ਨ ਭਵਿੱਖ ਦੇ ਸੰਕੇਤ ਵੇਖ ਰਿਹਾ ਹਾਂ। ਹੁਣੇ ਕੁਝ ਦਿਨ ਪਹਿਲਾਂ ਹੀ ਸਾਡੇ ਦੇਸ਼ ਵਿੱਚ ਖਿਡੌਣਿਆਂ ਦੀ ਚਰਚਾ ਹੋ ਰਹੀ ਸੀ। ਵੇਖਦੇ ਹੀ ਵੇਖਦੇ ਜਦੋਂ ਸਾਡੇ ਨੌਜਵਾਨਾਂ ਦੇ ਧਿਆਨ ਵਿੱਚ ਇਹ ਵਿਸ਼ਾ ਆਇਆ, ਉਹਨਾਂ ਨੇ ਵੀ ਮਨ ਵਿੱਚ ਧਾਰ ਲਿਆ ਕਿ ਦੁਨੀਆ ਵਿੱਚ ਭਾਰਤ ਦੇ ਖਿਡੌਣਿਆਂ ਦੀ ਪਹਿਚਾਣ ਕਿਵੇਂ ਬਣੇ ਅਤੇ ਨਵੇਂ-ਨਵੇਂ ਪ੍ਰਯੋਗ ਕਰ ਰਹੇ ਨੇ ਅਤੇ ਦੁਨੀਆ ਵਿੱਚ ਖਿਡੌਣਿਆਂ ਦਾ ਬਹੁਤ ਵੱਡਾ ਮਾਰਕੀਟ ਹੈ, 6-7 ਲੱਖ ਕਰੋੜ ਦਾ ਮਾਰਕੀਟ ਹੈ। ਅੱਜ ਭਾਰਤ ਦਾ ਹਿੱਸਾ ਬਹੁਤ ਘੱਟ ਹੈ, ਪਰ ਖਿਡੌਣੇ ਕਿਵੇਂ ਬਣਾਉਣੇ ਨੇ, ਖਿਡੌਣਿਆਂ ਦੀ ਵਿਭਿੰਨਤਾ ਕੀ ਹੋਵੇ, ਖਿਡੌਣਿਆਂ ਵਿੱਚ ਟੈਕਨੋਲੋਜੀ ਕੀ ਹੋਵੇ, ਚਾਈਲਡ ਸਾਈਕੋਲੋਜੀ ਦੇ ਅਨੁਸਾਰ ਖਿਡੌਣੇ ਕਿਹੋ ਜਿਹੇ ਹੋਣ, ਅੱਜ ਸਾਡੇ ਦੇਸ਼ ਦਾ ਨੌਜਵਾਨ ਇਸ ਵੱਲ ਧਿਆਨ ਕੇਂਦਰਿਤ ਕਰ ਰਿਹਾ ਹੈ, ਕੁਝ ਕੰਟਰੀਬਿਊਟ ਕਰਨਾ ਚਾਹੁੰਦਾ ਹੈ। ਸਾਥੀਓ, ਇੱਕ ਹੋਰ ਗੱਲ ਜੋ ਮਨ ਨੂੰ ਖੁਸ਼ੀਆਂ ਨਾਲ ਭਰ ਦਿੰਦੀ ਹੈ
ਅਤੇ ਵਿਸ਼ਵਾਸ ਨੂੰ ਵੀ ਹੋਰ ਮਜ਼ਬੂਤ ਕਰਦੀ ਹੈ। ਅਤੇ ਉਹ ਕੀ ਹੈ, ਕਦੇ ਤੁਸੀਂ ਮਾਰਕ ਕੀਤਾ ਹੈ? ਆਮ ਤੌਰ 'ਤੇ ਆਪਣੇ ਇੱਥੇ ਸੁਭਾਅ ਬਣ ਚੁੱਕਿਆ ਸੀ, ਹੁੰਦਾ ਹੈ ਚਲੋ ਯਾਰ ਚੱਲਦਾ ਹੈ। ਪਰ ਮੈਂ ਵੇਖ ਰਿਹਾ ਹਾਂ ਮੇਰੇ ਦੇਸ਼ ਦਾ ਨੌਜਵਾਨ ਮਨ ਹੁਣ ਸਰਬੋਤਮ ਵੱਲ ਆਪਣੇ ਆਪ ਨੂੰ ਕੇਂਦਰਿਤ ਕਰ ਰਿਹਾ ਹੈ, ਸਰਬੋਤਮ ਕਰਨਾ ਚਾਹੁੰਦਾ ਹੈ, ਸਰਬੋਤਮ ਤਰੀਕੇ ਨਾਲ ਕਰਨਾ ਚਾਹੁੰਦਾ ਹੈ। ਇਹ ਵੀ ਦੇਸ਼ ਦੀ ਬਹੁਤ ਵੱਡੀ ਸ਼ਕਤੀ ਬਣ ਕੇ ਉੱਭਰੇਗਾ। ਸਾਥੀਓ, ਇਸ ਵਾਰ ਓਲੰਪਿਕ ਨੇ ਬਹੁਤ ਵੱਡਾ ਪ੍ਰਭਾਵ ਪੈਦਾ ਕੀਤਾ ਹੈ। ਓਲੰਪਿਕ ਦੇ ਖੇਡ ਪੂਰੇ ਹੋਏ, ਹੁਣ ਪੈਰਾ ਓਲੰਪਿਕਸ ਚੱਲ ਰਿਹਾ ਹੈ। ਦੇਸ਼ ਨੂੰ ਸਾਡੇ ਇਸ ਖੇਡ ਜਗਤ ਵਿੱਚ ਜੋ ਕੁਝ ਵੀ ਹੋਇਆ, ਸੰਸਾਰ ਦੇ ਮੁਕਾਬਲੇ ਭਾਵੇਂ ਘੱਟ ਹੋਵੇਗਾ, ਪਰ ਵਿਸ਼ਵਾਸ ਪੈਦਾ ਕਰਨ ਲਈ ਤਾਂ ਬਹੁਤ ਕੁਝ ਹੋਇਆ। ਅੱਜ ਨੌਜਵਾਨ ਸਿਰਫ ਸਪੋਰਟਸ ਵੱਲ ਵੇਖ ਹੀ ਰਿਹਾ ਹੋਵੇ ਅਜਿਹਾ ਨਹੀਂ ਹੈ, ਪਰ ਉਹ ਉਸ ਨਾਲ ਜੁੜੀਆਂ ਸੰਭਾਵਨਾਵਾਂ ਵੱਲ ਵੀ ਵੇਖ ਰਿਹਾ ਹੈ। ਉਸ ਦੇ ਪੂਰੇ ਈਕੋਸਿਸਟਮ ਨੂੰ ਬਹੁਤ ਬਾਰੀਕੀ ਨਾਲ ਵੇਖ ਰਿਹਾ ਹੈ, ਉਸ ਦੀ ਸਮਰੱਥਾ ਨੂੰ ਸਮਝ ਰਿਹਾ ਹੈ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਖੁਦ ਨੂੰ ਜੋੜਨਾ ਵੀ ਚਾਹੁੰਦਾ ਹੈ। ਹੁਣ ਉਹ ਕਨਵੈਨਸ਼ਨਲ ਚੀਜ਼ਾਂ ਤੋਂ ਅੱਗੇ ਜਾ ਕੇ ਨਿਊ ਡਿਸਿਪਲਿਨਸ ਨੂੰ ਅਪਣਾ ਰਿਹਾ ਹੈ। ਅਤੇ ਮੇਰੇ ਦੇਸ਼ ਵਾਸੀਓ, ਜਦੋਂ ਇੰਨਾ ਮੋਮੈਂਟਮ ਆਇਆ ਹੈ, ਹਰ ਪਰਿਵਾਰ ਵਿੱਚ ਖੇਡਾਂ ਦੀ ਚਰਚਾ ਸ਼ੁਰੂ ਹੋਈ ਹੈ, ਤੁਸੀਂ ਹੀ ਦੱਸੋ ਮੈਨੂੰ, ਕੀ ਇਹ ਮੋਮੈਂਟਮ ਨੂੰ ਹੁਣ ਟੁੱਟਣ ਦੇਣਾ ਚਾਹੀਦਾ ਹੈ, ਰੁਕਣ ਦੇਣਾ ਚਾਹੀਦਾ ਹੈ? ਜੀ ਨਹੀਂ, ਤੁਸੀਂ ਵੀ ਮੇਰੀ ਤਰ੍ਹਾਂ ਹੀ ਸੋਚਦੇ ਹੋਵੋਗੇ। ਹੁਣ ਦੇਸ਼ ਵਿੱਚ ਖੇਡਾਂ, ਖੇਡ ਕੁੱਦ, ਸਪੋਰਟਸਮੈਨ ਸਪਿਰਿਟ ਹੁਣ ਰੁਕਣਾ ਨਹੀਂ ਹੈ। ਇਸ ਮੋਮੈਂਟਮ ਨੂੰ ਪਰਿਵਾਰਕ ਜੀਵਨ ਵਿੱਚ, ਸਮਾਜਿਕ ਜੀਵਨ ਵਿੱਚ, ਕੌਮੀ ਜੀਵਨ ਵਿੱਚ ਸਥਾਈ ਬਣਾਉਣਾ ਹੈ, ਊਰਜਾ ਨਾਲ ਭਰ ਦੇਣਾ ਹੈ, ਨਿਰੰਤਰ ਨਵੀਂ ਊਰਜਾ ਨਾਲ ਭਰਨਾ ਹੈ। ਘਰ ਹੋਵੇ, ਬਾਹਰ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਸਾਡੇ ਖੇਡ ਦੇ ਮੈਦਾਨ ਭਰੇ ਹੋਏ ਹੋਣੇ ਚਾਹੀਦੇ ਨੇ। ਸਭ ਖੇਡਣ, ਸਭ ਖੇਡਣ। ਅਤੇ ਤੁਹਾਨੂੰ ਯਾਦ ਹੈ ਨਾ, ਮੈਂ ਲਾਲ ਕਿਲੇ ਤੋਂ ਕੀ ਕਿਹਾ ਸੀ? ਸਭ ਕਾ ਪ੍ਰਯਾਸ। ਜੀ ਹਾਂ, ਸਭ ਕਾ ਪ੍ਰਯਾਸ। ਸਭ ਦੇ ਯਤਨਾਂ ਨਾਲ ਹੀ ਭਾਰਤ ਖੇਡਾਂ ਵਿੱਚ ਉਹ ਉਚਾਈ ਪ੍ਰਾਪਤ ਕਰ ਸਕੇਗਾ ਜਿਸ ਦਾ ਉਹ ਹੱਕਦਾਰ ਹੈ। ਮੇਜਰ ਧਿਆਨ ਚੰਦ ਜੀ ਵਰਗੇ ਲੋਕਾਂ ਨੇ ਜੋ ਰਾਹ ਦਿਖਾਇਆ ਹੈ, ਉਸ ਵਿੱਚ ਅੱਗੇ ਵਧਣਾ ਸਾਡੀ ਜ਼ਿੰਮੇਵਾਰੀ ਹੈ। ਵਰ੍ਹਿਆਂ ਬਾਅਦ ਦੇਸ਼ ਵਿੱਚ ਅਜਿਹਾ ਕਾਲਖੰਡ ਆਇਆ ਹੈ ਕਿ ਖੇਡਾਂ ਦੇ ਪ੍ਰਤੀ ਪਰਿਵਾਰ ਹੋਵੇ, ਸਮਾਜ ਹੋਵੇ, ਸੂਬੇ ਹੋਣ, ਦੇਸ਼ ਹੋਵੇ, ਇੱਕ ਮਨ ਨਾਲ ਸਭ ਲੋਕ ਜੁੜ ਰਹੇ ਨੇ। ਮੇਰੇ ਪਿਆਰੇ ਨੌਜਵਾਨੋ, ਸਾਨੂੰ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਵੱਖੋ ਵੱਖਰੇ ਤਰ੍ਹਾਂ ਦੇ ਸਪੋਰਟਸ ਵਿੱਚ ਮਹਾਰਤ ਵੀ ਹਾਸਲ ਕਰਨੀ ਚਾਹੀਦੀ ਹੈ। ਪਿੰਡ ਖੇਡਾਂ ਦੇ ਮੁਕਾਬਲੇ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਨੇ। ਮੁਕਾਬਲਿਆਂ ਵਿੱਚੋਂ ਹੀ ਖੇਡਾਂ ਦਾ ਵਿਸਥਾਰ ਹੁੰਦਾ ਹੈ, ਖੇਡਾਂ ਦਾ ਵਿਕਾਸ ਹੁੰਦਾ ਹੈ, ਖਿਡਾਰੀ ਵੀ ਉਸੇ ਵਿੱਚੋਂ ਨਿਕਲਦੇ ਹਨ। ਆਓ ਆਪਾਂ ਸਾਰੇ ਦੇਸ਼ ਵਾਸੀ ਇਸ ਮੋਮੈਂਟਮ ਨੂੰ ਜਿੰਨਾ ਅੱਗੇ ਵਧਾ ਸਕਦੇ ਹਾਂ, ਜਿੰਨਾ ਯੋਗਦਾਨ ਅਸੀਂ ਦੇ ਸਕਦੇ ਹਾਂ, ਸਭ ਕਾ ਪ੍ਰਯਾਸ, ਇਸ ਮੰਤਰ ਨਾਲ ਸੱਚ ਕਰਕੇ ਦਿਖਾਈਏ। ਮੇਰੇ ਪਿਆਰੇ ਦੇਸ਼ ਵਾਸੀਓ, ਕੱਲ੍ਹ ਜਨਮ ਅਸ਼ਟਮੀ ਦਾ ਮਹਾਂਪਰਵ ਵੀ ਹੈ। ਜਨਮ ਅਸ਼ਟਮੀ ਦਾ ਇਹ ਤਿਉਹਾਰ ਭਾਵ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਾ ਤਿਉਹਾਰ। ਆਪਾਂ ਭਗਵਾਨ ਦੇ ਸਭ ਸਰੂਪਾਂ ਨਾਲ ਵਾਕਫ ਹਾਂ। ਨਟਖਟ ਕਨ੍ਹਈਆ ਤੋਂ ਲੈ ਕੇ ਵਿਰਾਟ ਰੂਪ ਧਾਰਨ ਕਰਨ ਵਾਲੇ ਕ੍ਰਿਸ਼ਨ ਤੱਕ, ਸ਼ਾਸਤਰ ਗਿਆਨ ਤੋਂ ਲੈ ਕੇ ਸ਼ਸਤਰ ਗਿਆਨ ਵਾਲੇ ਕ੍ਰਿਸ਼ਨ ਤੱਕ, ਕਲਾ ਹੋਵੇ, ਸੁੰਦਰਤਾ ਹੋਵੇ, ਮਿਠਾਸ ਹੋਵੇ, ਹਰ ਕਿਤੇ ਕ੍ਰਿਸ਼ਨ ਹੈ। ਪਰ ਇਹ ਗੱਲਾਂ ਮੈਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਜਨਮ ਅਸ਼ਟਮੀ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਅਜਿਹੇ ਦਿਲਚਸਪ ਅਨੁਭਵ ਵਿੱਚੋਂ ਲੰਘਿਆ ਹਾਂ, ਤਾਂ ਮੇਰਾ ਮਨ ਕਰਦਾ ਹੈ ਇਹ ਗੱਲਾਂ ਮੈਂ ਤੁਹਾਡੇ ਨਾਲ ਕਰਾਂ। ਤੁਹਾਨੂੰ ਯਾਦ ਹੋਵੇਗਾ, ਇਸ ਮਹੀਨੇ ਦੀ 20 ਤਰੀਕ ਨੂੰ ਭਗਵਾਨ ਸੋਮਨਾਥ ਮੰਦਰ ਨਾਲ ਸੰਬੰਧਿਤ ਉਸਾਰੀ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਸੋਮਨਾਥ ਮੰਦਰ ਤੋਂ 3-4 ਕਿਲੋਮੀਟਰ ਦੀ ਦੂਰੀ ਉੱਤੇ ਹੀ ਭਾਲਕਾ ਤੀਰਥ ਹੈ। ਇਹ ਭਾਲਕਾ ਤੀਰਥ ਉਹ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਧਰਤੀ ਉੱਤੇ ਆਪਣੇ ਆਖਰੀ ਪਲ ਗੁਜ਼ਾਰੇ ਸਨ। ਇੱਕ ਤਰ੍ਹਾਂ ਨਾਲ ਇਸ ਲੋਕ ਦੀਆਂ ਉਹਨਾਂ ਦੀਆਂ
ਲੀਲਾਵਾਂ ਦਾ ਉੱਥੇ ਸਮਾਪਨ ਹੋਇਆ ਸੀ। ਸੋਮਨਾਥ ਟਰਸਟ ਵੱਲੋਂ ਉਸ ਸਾਰੇ ਖੇਤਰ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਚੱਲ ਰਹੇ ਹਨ। ਮੈਂ ਭਾਲਕਾ ਤੀਰਥ ਅਤੇ ਉੱਥੇ ਹੋ ਰਹੇ ਕੰਮਾਂ ਦੇ ਬਾਰੇ ਵਿੱਚ ਸੋਚ ਹੀ ਰਿਹਾ ਸੀ ਕਿ ਮੇਰੀ ਨਜ਼ਰ ਇੱਕ ਸੁੰਦਰ ਜਿਹੀ ਆਰਟ ਬੁੱਕ ਉੱਤੇ ਪਈ। ਇਹ ਕਿਤਾਬ ਮੇਰੀ ਰਿਹਾਇਸ਼ ਦੇ ਬਾਹਰ ਕੋਈ ਮੇਰੇ ਲਈ ਛੱਡ ਕੇ ਗਿਆ ਸੀ। ਇਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਨੇਕਾਂ ਰੂਪ, ਅਨੇਕਾਂ ਸ਼ਾਨਦਾਰ ਤਸਵੀਰਾਂ ਸਨ। ਬਹੁਤ ਮਨਮੋਹਣੀਆਂ ਤਸਵੀਰਾਂ ਸਨ ਅਤੇ ਬਹੁਤ ਮੀਨਿੰਗਫੁਲ ਤਸਵੀਰਾਂ ਸਨ। ਮੈਂ ਕਿਤਾਬ ਦੇ ਪੰਨੇ ਪਲਟਣੇ ਸ਼ੁਰੂ ਕੀਤੇ ਤਾਂ ਮੇਰੀ ਉਤਸੁਕਤਾ ਜ਼ਰਾ ਹੋਰ ਵੱਧ ਗਈ। ਜਦੋਂ ਮੈਂ ਇਸ ਕਿਤਾਬ ਅਤੇ ਉਹਨਾਂ ਸਾਰੇ ਚਿੱਤਰਾਂ ਨੂੰ ਵੇਖਿਆ ਅਤੇ ਉਸ ਉੱਪਰ ਮੇਰੇ ਲਈ ਲਿਖੇ ਇੱਕ ਸੰਦੇਸ਼ ਨੂੰ ਪੜ੍ਹਿਆ ਤਾਂ ਮੇਰਾ ਮਨ ਕਰ ਗਿਆ ਕਿ ਮੈਂ ਉਹਨਾਂ ਨੂੰ ਮਿਲਾਂ ਜੋ ਇਹ ਕਿਤਾਬ ਮੇਰੇ ਘਰ ਦੇ ਬਾਹਰ ਛੱਡ ਕੇ ਚਲੇ ਗਏ ਹਨ। ਮੈਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਤਾਂ ਮੇਰੇ ਦਫ਼ਤਰ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ। ਦੂਜੇ ਹੀ ਦਿਨ ਉਹਨਾਂ ਨੂੰ ਮਿਲਣ ਲਈ ਬੁਲਾਇਆ ਅਤੇ ਮੇਰੀ ਉਤਸੁਕਤਾ ਇੰਨੀ ਸੀ ਆਰਟ ਬੁੱਕ ਨੂੰ ਵੇਖ ਕੇ, ਸ਼੍ਰੀ ਕ੍ਰਿਸ਼ਨ ਦੇ ਵੱਖ-ਵੱਖ ਰੂਪਾਂ ਨੂੰ ਵੇਖ ਕੇ। ਇਸੇ ਜਗਿਆਸਾ ਵਿੱਚ ਮੇਰੀ ਮੁਲਾਕਾਤ ਹੋਈ ਜਦੁਰਾਣੀ ਦਾਸੀ ਜੀ ਨਾਲ। ਉਹ ਅਮਰੀਕਨ ਹਨ। ਜਨਮ ਅਮਰੀਕਾ ਵਿੱਚ ਹੋਇਆ, ਪਾਲਣ ਪੋਸ਼ਣ ਅਮਰੀਕਾ ਵਿੱਚ ਹੋਇਆ। ਜਦੁਰਾਣੀ ਦਾਸੀ ਜੀ ਇਸਕੌਨ ਨਾਲ ਜੁੜੇ ਹਨ, ਹਰੇ ਕ੍ਰਿਸ਼ਨਾ ਮੂਵਮੈਂਟ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ, ਭਗਤੀ ਆਰਟਸ ਵਿੱਚ ਉਹ ਮਾਹਰ ਹਨ। ਤੁਸੀਂ ਜਾਣਦੇ ਹੋ, ਹੁਣੇ 2 ਦਿਨ ਬਾਅਦ ਹੀ 1 ਸਤੰਬਰ ਨੂੰ ਇਸਕੌਨ ਦੇ ਸੰਸਥਾਪਕ ਸ਼੍ਰੀ ਪ੍ਰਭੂਪਾਦ ਸਵਾਮੀ ਜੀ ਦੀ 125ਵੀਂ ਜਯੰਤੀ ਹੈ। ਜਦੁਰਾਣੀ ਦਾਸੀ ਜੀ ਇਸੇ ਸਿਲਸਿਲੇ ਵਿੱਚ ਭਾਰਤ ਆਏ ਹਨ। ਮੇਰੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਜਿਨ੍ਹਾਂ ਦਾ ਜਨਮ ਅਮਰੀਕਾ ਵਿੱਚ ਹੋਇਆ, ਜੋ ਭਾਰਤੀ ਭਾਵਨਾਵਾਂ ਤੋਂ ਇੰਨਾ ਦੂਰ ਰਹੇ, ਉਹ ਅਖੀਰ ਕਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇੰਨੇ ਸੋਹਣੇ ਚਿੱਤਰ ਬਣਾ ਲੈਂਦੇ ਹਨ। ਮੇਰੀ ਉਹਨਾਂ ਨਾਲ ਲੰਬੀ ਗੱਲ ਹੋਈ ਸੀ, ਪਰ ਮੈਂ ਤੁਹਾਨੂੰ ਉਸ ਦਾ ਕੁਝ ਹਿੱਸਾ ਸੁਣਾਉਣਾ ਚਾਹੁੰਦਾ ਹਾਂ। Jadurani ji, Hare Krishna. I have read a little about Bhakti art, but tell our listeners more about it. Your passion and interest towards it is great. So, Bhakti art, we have one article in the Bhakti Art Illuminations which explains how this art is not coming from the mind or imagination, but it's from the ancient Vedic scriptures like Brahma Samhita, Venum Karaini Patitam Skalitam Sikanda, from the Goswamis of Vrindavan, from Lord Brahma himself, Ishvara Paramakrishna Sachidananda Vigraha, how he carries the flute, how all of his senses can act for any other sense, and Srimad Bhagavatam, Varaha Bitang Natavaravapum Karnayo Karnikaram, everything. He wears a karnikar flower on his ear. He makes the impressions of his lotus feet all over the land of Vrindavan. The cowherd boys sing of his glories. His flute attracts the hearts and minds of all fortunate beings. So everything is from the ancient Vedic scriptures. And the power of the scriptures, which are coming from transcendental personalities, and the pure devotees who are bringing it, the art has their power, and that's why it's transformational. It's not my power at all. Jadurani ji, I have one different type of question for you. Since 1966, in a way, and from 1976 physically, you have been associated with India for long. Will you please tell me, what does India mean to you? Prime Minister Ji, India means everything to me. I was mentioning, I think, to the Honorable President a few days ago that India has come up so much in technical advancement and following the West very well with Twitter and Instagram and iPhones and big buildings and so much facility. But I know that that's not the real glory of India. What makes India glorious is the fact that Krishna himself, the Avatari, appeared here. And all the avatars appeared here. Lord Shiva appeared here. Lord Ram appeared here. All the holy rivers are here. All the holy places of Vaishnava culture are here. And so India, especially Vrindavan, is the most important place in the universe. Vrindavan is the
source of all the Vaikuntha planets, the source of Dwarka, the source of the whole material creation. So I love India. Thank you, Jadurani ji. Hare Krishna. ਸਾਥੀਓ, ਦੁਨੀਆ ਦੇ ਲੋਕ ਜਦੋਂ ਅੱਜ ਭਾਰਤੀ ਅਧਿਆਤਮ ਅਤੇ ਦਰਸ਼ਨ ਦੇ ਬਾਰੇ ਵਿੱਚ ਇੰਨਾ ਕੁਝ ਸੋਚਦੇ ਹਨ ਤਾਂ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਇਹਨਾਂ ਮਹਾਨ ਪਰੰਪਰਾਵਾਂ ਨੂੰ ਅੱਗੇ ਲੈ ਕੇ ਜਾਈਏ। ਜਿਸ ਦੀ ਮਿਆਦ ਪੁੱਗ ਚੁੱਕੀ ਹੈ ਉਸ ਨੂੰ ਛੱਡਣਾ ਹੀ ਹੈ, ਪਰ ਜੋ ਸਦੀਵੀ ਹੈ ਉਸ ਨੂੰ ਅੱਗੇ ਵੀ ਲੈ ਕੇ ਜਾਣਾ ਹੈ। ਅਸੀਂ ਆਪਣੇ ਤਿਉਹਾਰ ਮਨਾਈਏ, ਉਹਨਾਂ ਪਿਛਲੇ ਵਿਗਿਆਨ ਨੂੰ ਸਮਝੀਏ, ਉਸ ਦੇ ਪਿੱਛੇ ਦੇ ਅਰਥਾਂ ਨੂੰ ਸਮਝੀਏ। ਇੰਨਾ ਹੀ ਨਹੀਂ, ਹਰ ਤਿਉਹਾਰ ਵਿੱਚ ਕੋਈ ਨਾ ਕੋਈ ਸੰਦੇਸ਼ ਹੈ, ਕੋਈ ਨਾ ਕੋਈ ਸੰਸਕਾਰ ਹੈ। ਆਪਾਂ ਇਸ ਨੂੰ ਜਾਣਨਾ ਵੀ ਹੈ, ਜਿਉਣਾ ਵੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਰਾਸਤ ਦੇ ਰੂਪ ਵਿੱਚ ਉਸ ਨੂੰ ਅੱਗੇ ਵਧਾਉਣਾ ਵੀ ਹੈ। ਮੈਂ ਇੱਕ ਵਾਰ ਫੇਰ ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਕੋਰੋਨਾ ਕਾਲਖੰਡ ਵਿੱਚ ਸਵੱਛਤਾ ਦੇ ਵਿਸ਼ੇ ਵਿੱਚ ਮੈਨੂੰ ਜਿੰਨੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ, ਲੱਗਦਾ ਹੈ ਸ਼ਾਇਦ ਉਸ ਵਿੱਚ ਕੁਝ ਘਾਟ ਆ ਗਈ ਸੀ। ਮੈਨੂੰ ਵੀ ਲੱਗਦਾ ਹੈ ਕਿ ਸਵੱਛਤਾ ਦੇ ਅਭਿਆਨ ਨੂੰ ਆਪਾਂ ਰੱਤੀ ਭਰ ਵੀ ਅੱਖੋਂ ਪਰੋਖੇ ਨਹੀਂ ਹੋਣ ਦੇਣਾ ਹੈ। ਰਾਸ਼ਟਰ ਉਸਾਰੀ ਵਿੱਚ ਸਬਕਾ ਪ੍ਰਯਾਸ ਕਿਵੇਂ ਸਭ ਦਾ ਵਿਕਾਸ ਕਰਦਾ ਹੈ, ਇਸ ਦੇ ਉਦਾਹਰਣ ਸਾਨੂੰ ਪ੍ਰੇਰਣਾ ਵੀ ਦਿੰਦੇ ਹਨ ਅਤੇ ਕੁਝ ਕਰਨ ਲਈ ਇੱਕ ਨਵੀਂ ਊਰਜਾ ਵੀ ਦਿੰਦੇ ਹਨ, ਨਵਾਂ ਵਿਸ਼ਵਾਸ ਭਰ ਦਿੰਦੇ ਹਨ, ਸਾਡੇ ਸੰਕਲਪ ਵਿੱਚ ਜਾਨ ਪਾ ਦਿੰਦੇ ਹਨ। ਆਪਾਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਦੋਂ ਵੀ ਸਵੱਛ ਭਾਰਤ ਅਭਿਆਨ ਦੀ ਗੱਲ ਆਉਂਦੀ ਹੈ ਤਾਂ ਇੰਦੌਰ ਦਾ ਨਾਮ ਆਉਂਦਾ ਹੀ ਆਉਂਦਾ ਹੈ, ਕਿਉਂਕਿ ਇੰਦੌਰ ਨੇ ਸਵੱਛਤਾ ਦੇ ਸੰਬੰਧ ਵਿੱਚ ਆਪਣੀ ਇੱਕ ਖਾਸ ਪਹਿਚਾਣ ਬਣਾਈ ਹੈ ਅਤੇ ਇੰਦੌਰ ਦੇ ਨਾਗਰਿਕ ਇਸ ਦੇ ਲਈ ਸ਼ਲਾਘਾ ਦੇ ਹੱਕਦਾਰ ਵੀ ਹਨ। ਸਾਡਾ ਇਹ ਇੰਦੌਰ ਕਈ ਸਾਲਾਂ ਤੋਂ ਸਵੱਛ ਭਾਰਤ ਰੈਂਕਿੰਗ ਵਿੱਚ ਪਹਿਲੇ ਨੰਬਰ ਉੱਤੇ ਬਰਕਰਾਰ ਹੈ। ਹੁਣ ਇੰਦੌਰ ਦੇ ਲੋਕ ਸਵੱਛ ਭਾਰਤ ਦੀ ਇਸ ਰੈਂਕਿੰਗ ਤੋਂ ਸੰਤੁਸ਼ਟ ਹੋ ਕੇ ਬੈਠਣਾ ਨਹੀਂ ਚਾਹੁੰਦੇ। ਉਹ ਅੱਗੇ ਵਧਣਾ ਚਾਹੁੰਦੇ ਹਨ, ਕੁਝ ਨਵਾਂ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਕੀ ਮਨ ਵਿੱਚ ਧਾਰ ਲਿਆ ਹੈ? ਉਹ ਵਾਟਰ ਪਲੱਸ ਸਿਟੀ ਬਣਾਈ ਰੱਖਣ ਲਈ ਜੀ ਜਾਨ ਨਾਲ ਜੁਟੇ ਹੋਏ ਹਨ। ਵਾਟਰ ਪਲੱਸ ਸਿਟੀ ਭਾਵ ਅਜਿਹਾ ਸ਼ਹਿਰ ਜਿੱਥੇ ਬਿਨਾਂ ਟਰੀਟਮੈਂਟ ਦੇ ਕੋਈ ਵੀ ਸੀਵਰੇਜ ਕਿਸੇ ਜਨਤਕ ਜਲ ਸਰੋਤ ਵਿੱਚ ਨਹੀਂ ਪਾਇਆ ਜਾਂਦਾ। ਇੱਥੋਂ ਦੇ ਨਾਗਰਿਕਾਂ ਨੇ ਖੁਦ ਅੱਗੇ ਆ ਕੇ ਆਪਣੀਆਂ ਨਾਲੀਆਂ ਨੂੰ ਸੀਵਰ ਲਾਈਨ ਨਾਲ ਜੋੜਿਆ ਹੈ, ਸਵੱਛਤਾ ਅਭਿਆਨ ਵੀ ਚਲਾਇਆ ਹੈ ਅਤੇ ਇਸ ਕਰਕੇ ਸਰਸਵਤੀ ਅਤੇ ਕਾਨ ਨਦੀਆਂ ਵਿੱਚ ਡਿੱਗਣ ਵਾਲਾ ਗੰਦਾ ਪਾਣੀ ਵੀ ਕਾਫੀ ਘੱਟ ਹੋਇਆ ਹੈ ਅਤੇ ਸੁਧਾਰ ਨਜ਼ਰ ਆ ਰਿਹਾ ਹੈ। ਅੱਜ ਜਦੋਂ ਆਪਣਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਆਪਾਂ ਇਹ ਯਾਦ ਰੱਖਣਾ ਹੈ ਕਿ ਸਵੱਛ ਭਾਰਤ ਅਭਿਆਨ ਦੇ ਸੰਕਲਪ ਨੂੰ ਆਪਾਂ ਕਦੇ ਵੀ ਮੱਧਮ ਨਹੀਂ ਪੈਣ ਦੇਣਾ ਹੈ। ਸਾਡੇ ਦੇਸ਼ ਵਿੱਚ ਜਿੰਨੇ ਵੱਧ ਸ਼ਹਿਰ ਵਾਟਰ ਪਲੱਸ ਸਿਟੀ ਹੋਣਗੇ, ਓਨੀ ਹੀ ਸਵੱਛਤਾ ਵੀ ਵਧੇਗੀ, ਸਾਡੀਆਂ ਨਦੀਆਂ ਵੀ ਸਾਫ਼ ਹੋਣਗੀਆਂ ਅਤੇ ਪਾਣੀ ਬਚਾਉਣ ਦੀ ਇੱਕ ਮਾਨਵੀ ਜ਼ਿੰਮੇਵਾਰੀ ਨਿਭਾਉਣ ਦੇ ਸੰਸਕਾਰ ਵੀ ਹੋਣਗੇ। ਸਾਥੀਓ, ਮੇਰੇ ਸਾਹਮਣੇ ਇੱਕ ਉਦਾਹਰਣ ਬਿਹਾਰ ਦੇ ਮਧੂਬਨੀ ਤੋਂ ਆਇਆ ਹੈ। ਮਧੂਬਨੀ ਵਿੱਚ ਡਾਕਟਰ ਰਾਜੇਂਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਅਤੇ ਉੱਥੋਂ ਦੇ ਸਥਾਨਕ ਖੇਤੀਬਾੜੀ ਵਿਗਿਆਨ ਕੇਂਦਰ ਨੇ ਮਿਲ ਕੇ ਇੱਕ ਚੰਗਾ ਉਪਰਾਲਾ ਕੀਤਾ ਹੈ। ਇਸ ਦਾ ਲਾਭ ਕਿਸਾਨਾਂ ਨੂੰ ਤਾਂ ਹੋ ਹੀ ਰਿਹਾ ਹੈ, ਇਸ ਨਾਲ ਸਵੱਛ ਭਾਰਤ ਅਭਿਆਨ ਨੂੰ ਵੀ ਨਵੀਂ ਤਾਕਤ ਮਿਲ ਰਹੀ ਹੈ। ਯੂਨੀਵਰਸਿਟੀ ਦੀ ਇਸ ਪਹਿਲ ਦਾ ਨਾਂ ਹੈ ਸੁਖੇਤ ਮਾਡਲ। ਸੁਖੇਤ ਮਾਡਲ ਦਾ ਮਕਸਦ ਹੈ ਪਿੰਡਾਂ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨਾ। ਇਸ ਮਾਡਲ ਦੇ ਤਹਿਤ ਪਿੰਡ ਦੇ ਕਿਸਾਨਾਂ ਤੋਂ ਗੋਬਰ ਅਤੇ ਖੇਤਾਂ ਘਰਾਂ ਤੋਂ ਨਿਕਲਣ ਵਾਲਾ ਹੋਰ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਬਦਲੇ ਵਿੱਚ ਪਿੰਡ ਵਾਲਿਆਂ ਨੂੰ ਰਸੋਈ ਗੈਸ ਸਿਲੰਡਰ ਲਈ ਪੈਸੇ ਦਿੱਤੇ ਜਾਂਦੇ ਹਨ। ਜੋ ਕੂੜਾ ਪਿੰਡ ਤੋਂ ਇਕੱਠਾ ਹੁੰਦਾ ਹੈ ਉਸ ਦੇ ਨਿਪਟਾਰੇ ਲਈ ਵਰਮੀ ਕੰਪੋਸਟ ਬਣਾਉਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਭਾਵ ਸੁਖੇਤ ਮਾਡਲ ਦੇ 4 ਫਾਇਦੇ ਤਾਂ ਸਿੱਧੇ ਨਜ਼ਰ ਆਉਂਦੇ ਹਨ। ਇੱਕ ਤਾਂ ਪਿੰਡ ਨੂੰ ਪ੍ਰਦੂਸ਼ਣ ਤੋਂ ਮੁਕਤੀ, ਦੂਜਾ ਪਿੰਡ ਨੂੰ ਗੰਦਗੀ ਤੋਂ ਮੁਕਤੀ, ਤੀਜਾ ਪਿੰਡ ਵਾਲਿਆਂ ਨੂੰ ਰਸੋਈ ਗੈਸ ਸਿਲੰਡਰ ਲਈ ਪੈਸੇ ਅਤੇ ਚੌਥਾ ਪਿੰਡ ਦੇ ਕਿਸਾਨਾਂ ਨੂੰ ਜੈਵਿਕ ਖਾਦ। ਤੁਸੀਂ ਸੋਚੋ,
ਇਸ ਤਰ੍ਹਾਂ ਦੇ ਉਪਰਾਲੇ ਸਾਡੇ ਪਿੰਡਾਂ ਦੀ ਸ਼ਕਤੀ ਕਿੰਨੀ ਜ਼ਿਆਦਾ ਵਧਾ ਸਕਦੇ ਹਨ। ਇਹੀ ਤਾਂ ਆਤਮ ਨਿਰਭਰਤਾ ਦਾ ਵਿਸ਼ਾ ਹੈ। ਮੈਂ ਦੇਸ਼ ਦੀ ਹਰ ਇੱਕ ਪੰਚਾਇਤ ਨੂੰ ਕਹਾਂਗਾ ਕਿ ਅਜਿਹਾ ਕੁਝ ਕਰਨ ਦਾ ਉਹ ਵੀ ਆਪਣੇ ਇੱਥੇ ਜ਼ਰੂਰ ਸੋਚਣ। ਅਤੇ ਸਾਥੀਓ, ਜਦੋਂ ਅਸੀਂ ਇੱਕ ਟੀਚਾ ਲੈ ਕੇ ਨਿਕਲ ਪੈਂਦੇ ਹਾਂ ਤਾਂ ਨਤੀਜਿਆਂ ਦਾ ਮਿਲਣਾ ਨਿਸ਼ਚਿਤ ਹੁੰਦਾ ਹੈ। ਹੁਣ ਵੇਖੋ, ਆਪਣੇ ਤਾਮਿਲਨਾਡੂ ਵਿੱਚ ਸ਼ਿਵਗੰਗਾ ਜ਼ਿਲ੍ਹੇ ਦੀ ਕਾਂਜੀਰੰਗਾਲ ਪੰਚਾਇਤ ਵੇਖੋ, ਇਸ ਛੋਟੀ ਜਿਹੀ ਪੰਚਾਇਤ ਨੇ ਕੀ ਕੀਤਾ। ਇੱਥੇ ਤੁਹਾਨੂੰ ਵੇਸਟ ਤੋਂ ਵੈਲਥ ਦਾ ਇੱਕ ਹੋਰ ਮਾਡਲ ਦੇਖਣ ਨੂੰ ਮਿਲੇਗਾ। ਇੱਥੇ ਗ੍ਰਾਮ ਪੰਚਾਇਤ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਕੂੜੇ ਤੋਂ ਬਿਜਲੀ ਬਣਾਉਣ ਦਾ ਇੱਕ ਲੋਕਲ ਪ੍ਰੋਜੈਕਟ ਆਪਣੇ ਪਿੰਡ ਵਿੱਚ ਲਗਾ ਦਿੱਤਾ ਹੈ। ਪੂਰੇ ਪਿੰਡ ਤੋਂ ਕੂੜਾ ਇਕੱਠਾ ਹੁੰਦਾ ਹੈ, ਉਸ ਤੋਂ ਬਿਜਲੀ ਬਣਦੀ ਹੈ ਅਤੇ ਬਚੇ ਹੋਏ ਪ੍ਰੋਡਕਟਸ ਨੂੰ ਕੀਟਨਾਸ਼ਕ ਦੇ ਰੂਪ ਵਿੱਚ ਵੇਚ ਵੀ ਦਿੱਤਾ ਜਾਂਦਾ ਹੈ। ਪਿੰਡ ਦੇ ਇਸ ਪਾਵਰ ਪਲਾਂਟ ਦੀ ਸਮਰੱਥਾ ਰੋਜ਼ਾਨਾ 2 ਟਨ ਕੂੜੇ ਦੇ ਨਿਪਟਾਰੇ ਦੀ ਹੈ। ਇਸ ਤੋਂ ਬਣਨ ਵਾਲੀ ਬਿਜਲੀ ਪਿੰਡ ਦੀਆਂ ਸਟਰੀਟ ਲਾਈਟਸ ਅਤੇ ਦੂਜੀਆਂ ਜ਼ਰੂਰਤਾਂ ਵਿੱਚ ਇਸਤੇਮਾਲ ਹੋ ਰਹੀ ਹੈ। ਇਸ ਤੋਂ ਪੰਚਾਇਤ ਦਾ ਪੈਸਾ ਤਾਂ ਬਚ ਹੀ ਰਿਹਾ ਹੈ, ਉਹੀ ਪੈਸਾ ਵਿਕਾਸ ਦੇ ਦੂਜੇ ਕੰਮਾਂ ਵਿੱਚ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਹੁਣ ਮੈਨੂੰ ਦੱਸੋ, ਤਾਮਿਲਨਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਪੰਚਾਇਤ ਆਪਾਂ ਸਭ ਦੇਸ਼ ਵਾਸੀਆਂ ਨੂੰ ਕੁਝ ਕਰਨ ਦੀ ਪ੍ਰੇਰਣਾ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ? ਕਮਾਲ ਹੀ ਕੀਤਾ ਹੈ ਨਾ ਇਹਨਾਂ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮਨ ਕੀ ਬਾਤ ਹੁਣ ਭਾਰਤ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਰਹੀ ਹੈ। ਦੁਨੀਆ ਦੇ ਵੱਖੋ ਵੱਖਰੇ ਕੋਨਿਆਂ ਵਿੱਚ ਵੀ ਮਨ ਕੀ ਬਾਤ ਦੀ ਚਰਚਾ ਹੁੰਦੀ ਹੈ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਭਾਰਤੀ ਭਾਈਚਾਰੇ ਦੇ ਜੋ ਲੋਕ ਹਨ, ਉਹ ਵੀ ਮੈਨੂੰ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਹਨ। ਅਤੇ ਮੈਨੂੰ ਵੀ ਕਦੇ-ਕਦੇ ਮਨ ਕੀ ਬਾਤ ਵਿੱਚ ਵਿਦੇਸ਼ਾਂ ਵਿੱਚ ਜੋ ਅਨੋਖੇ ਪ੍ਰੋਗਰਾਮ ਚੱਲਦੇ ਹਨ, ਉਹਨਾਂ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚੰਗਾ ਲੱਗਦਾ ਹੈ। ਅੱਜ ਵੀ ਮੈਂ ਤੁਹਾਡੀ ਕੁਝ ਅਜਿਹੇ ਲੋਕਾਂ ਨਾਲ ਜਾਣ ਪਹਿਚਾਣ ਕਰਾਵਾਂਗਾ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆਡੀਓ ਸੁਣਾਉਣਾ ਚਾਹੁੰਦਾ ਹਾਂ। ਥੋੜਾ ਗੌਰ ਨਾਲ ਸੁਣਨਾ। Radio Unity 90 FM. Radio Unity 90 FM. नमो नमः सर्वेभ्यः। मम नाम गंगा। भवन्तु शृण्वन्तु रेडियो यूनिटी 90 FM। एक भारत श्रेष्ठ भारत। अहम् एकता मूर्तेयाः मार्गदर्शिका एवं रेडियो यूनिटी माध्यमे आर्जे अस्मि। अद्य संस्कृत दिनम् अस्ति। सर्वेभ्यः बहवः शुभकामनाः अस्ति। सरदार वल्लभभाई पटेल महोदयस्य लोहपुरुषः इति उच्यते। त्रयोदशाविंशतिसहस्रतमे वर्षे लोहसङ्ग्रहस्य अभियानं प्रारब्धम्। 34 टन् परिमितं लोहस्य गलनं कृतम्। झारखण्डस्य एकः कृषकः मृद्गरस्य दानं कृतवान्। भवन्तु शृण्वन्तु रेडियो यूनिटी 90 FM। एक भारत श्रेष्ठ भारत। Radio Unity 90 FM. Radio Unity 90 FM. ਸਾਥੀਓ, ਭਾਸ਼ਾ ਤਾਂ ਤੁਸੀਂ ਸਮਝ ਗਏ ਹੋਵੋਗੇ। ਇਹ ਰੇਡੀਓ ਉੱਤੇ ਸੰਸਕ੍ਰਿਤ ਵਿੱਚ ਗੱਲ ਕੀਤੀ ਜਾ ਰਹੀ ਹੈ ਅਤੇ ਜੋ ਗੱਲ ਕਰ ਰਹੇ ਹਨ ਉਹ ਹਨ ਆਰਜੇ ਗੰਗਾ। ਆਰਜੇ ਗੰਗਾ ਗੁਜਰਾਤ ਦੇ ਰੇਡੀਓ ਜੌਕੀਜ਼ ਦੇ ਗਰੁੱਪ ਦੇ ਇੱਕ ਮੈਂਬਰ ਹਨ। ਉਹਨਾਂ ਦੇ ਹੋਰ ਵੀ ਸਾਥੀ ਹਨ, ਜਿਵੇਂ ਆਰਜੇ ਨੀਲਮ, ਆਰਜੇ ਗੁਰੂ ਅਤੇ ਆਰਜੇ ਹੇਤਲ। ਇਹ ਸਾਰੇ ਲੋਕ ਮਿਲ ਕੇ ਗੁਜਰਾਤ ਵਿੱਚ ਕੇਵੜੀਆ ਵਿੱਚ ਇਸ ਸਮੇਂ ਸੰਸਕ੍ਰਿਤ ਭਾਸ਼ਾ ਦਾ ਮਾਣ ਵਧਾਉਣ ਵਿੱਚ ਜੁਟੇ ਹੋਏ ਨੇ। ਅਤੇ ਤੁਹਾਨੂੰ ਪਤਾ ਹੈ ਨਾ, ਇਹ ਕੇਵੜੀਆ ਉਹੀ ਹੈ ਜਿੱਥੇ ਦੁਨੀਆ ਦਾ ਸਭ ਤੋਂ ਉੱਚਾ ਸਟੈਚੂ, ਸਾਡੇ ਦੇਸ਼ ਦਾ ਮਾਣ, ਸਟੈਚੂ ਆਫ ਯੂਨਿਟੀ ਜਿੱਥੇ ਹੈ, ਉਸ ਕੇਵੜੀਆ ਦੀ ਮੈਂ ਗੱਲ ਕਰ ਰਿਹਾ ਹਾਂ। ਅਤੇ ਇਹ ਸਭ ਅਜਿਹੇ ਰੇਡੀਓ ਜੌਕੀਜ਼ ਹਨ ਜੋ ਇਕੱਠੇ ਕਈ ਭੂਮਿਕਾਵਾਂ ਨਿਭਾਉਂਦੇ ਹਨ। ਇਹ ਗਾਈਡ ਦੇ ਰੂਪ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦੇ ਹਨ ਅਤੇ ਨਾਲੋਂ ਨਾਲ ਕਮਿਊਨਿਟੀ ਰੇਡੀਓ ਇਨੀਸ਼ੀਏਟਿਵ ਰੇਡੀਓ ਯੂਨਿਟੀ 90 FM ਉਸ ਦਾ ਸੰਚਾਲਨ ਵੀ ਕਰਦੇ ਹਨ। ਇਹ ਆਰਜੇਜ਼ ਆਪਣੇ ਸਰੋਤਿਆਂ ਨਾਲ ਸੰਸਕ੍ਰਿਤ ਭਾਸ਼ਾ ਵਿੱਚ ਗੱਲ ਕਰਦੇ ਹਨ, ਉਹਨਾਂ ਨੂੰ ਸੰਸਕ੍ਰਿਤ ਵਿੱਚ ਜਾਣਕਾਰੀ ਉਪਲਬਧ ਕਰਾਉਂਦੇ ਹਨ। ਸਾਥੀਓ, ਆਪਣੇ ਇੱਥੇ ਸੰਸਕ੍ਰਿਤ ਦੇ ਬਾਰੇ ਵਿੱਚ ਕਿਹਾ ਗਿਆ ਹੈ, ਅੰਮ੍ਰਿਤਮ ਸੰਸਕ੍ਰਿਤਮ ਮਿੱਤਰ ਸਰਸਮ ਸਰਲਮ ਵਚੈ ਏਕਤਾ ਮੂਲਕਮ ਰਾਸ਼ਟਰੇ ਗਿਆਨ ਵਿਗਿਆਨ ਪੋਸ਼ਕਮ। ਭਾਵ ਸਾਡੀ ਸੰਸਕ੍ਰਿਤ ਭਾਸ਼ਾ ਸਧਾਰਨ ਵੀ ਹੈ, ਸਰਲ ਵੀ ਹੈ। ਸੰਸਕ੍ਰਿਤ ਆਪਣੇ ਵਿਚਾਰਾਂ,
ਆਪਣੇ ਸਾਹਿਤ ਅਤੇ ਮਾਧਿਅਮ ਨਾਲ ਇਹ ਗਿਆਨ, ਵਿਗਿਆਨ ਅਤੇ ਰਾਸ਼ਟਰ ਦੀ ਏਕਤਾ ਦਾ ਵੀ ਪੋਸ਼ਣ ਕਰਦੀ ਹੈ, ਉਸ ਨੂੰ ਮਜ਼ਬੂਤ ਕਰਦੀ ਹੈ। ਸੰਸਕ੍ਰਿਤ ਸਾਹਿਤ ਵਿੱਚ ਮਨੁੱਖਤਾ ਅਤੇ ਗਿਆਨ ਦਾ ਅਜਿਹਾ ਹੀ ਸੁੰਦਰ ਦਰਸ਼ਨ ਹੈ ਜੋ ਕਿਸੇ ਨੂੰ ਵੀ ਆਕਰਸ਼ਿਤ ਕਰ ਸਕਦਾ ਹੈ। ਹਾਲ ਹੀ ਵਿੱਚ ਮੈਨੂੰ ਕਈ ਅਜਿਹੇ ਲੋਕਾਂ ਦੇ ਬਾਰੇ ਵਿੱਚ ਜਾਣਨ ਨੂੰ ਮਿਲਿਆ ਜੋ ਵਿਦੇਸ਼ਾਂ ਵਿੱਚ ਸੰਸਕ੍ਰਿਤ ਪੜ੍ਹਾਉਣ ਦਾ ਪ੍ਰੇਰਣਾਦਾਇਕ ਕਾਰਜ ਕਰ ਰਹੇ ਹਨ। ਅਜਿਹੇ ਹੀ ਇੱਕ ਵਿਅਕਤੀ ਹਨ ਸ਼੍ਰੀਮਾਨ ਰਟਗਰ ਕੋਲਟਨਹਾਰਸਟ, ਜੋ ਆਇਰਲੈਂਡ ਵਿੱਚ ਸੰਸਕ੍ਰਿਤ ਦੇ ਮੰਨੇ ਪ੍ਰਮੰਨੇ ਵਿਦਵਾਨ ਅਤੇ ਅਧਿਆਪਕ ਹਨ ਅਤੇ ਉੱਥੋਂ ਦੇ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਂਦੇ ਹਨ। ਇੱਧਰ ਸਾਡੇ ਇੱਥੇ ਪੂਰਬ ਵਿੱਚ ਭਾਰਤ ਅਤੇ ਥਾਈਲੈਂਡ ਵਿਚਕਾਰ ਸੱਭਿਆਚਾਰਕ ਸਬੰਧਾਂ ਦੀ ਮਜ਼ਬੂਤੀ ਵਿੱਚ ਸੰਸਕ੍ਰਿਤ ਭਾਸ਼ਾ ਦੀ ਵੀ ਇੱਕ ਅਹਿਮ ਭੂਮਿਕਾ ਹੈ। ਡਾਕਟਰ ਚਿਰਾਪਤ ਪ੍ਰਪੰਡ ਵਿਦਿਆ ਅਤੇ ਡਾਕਟਰ ਕੁਸੁਮਾ ਰਕਸ਼ਾਮਣੀ, ਇਹ ਦੋਵੇਂ ਥਾਈਲੈਂਡ ਵਿੱਚ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਹਨਾਂ ਨੇ ਥਾਈ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਤੁਲਨਾਤਮਕ ਸਾਹਿਤ ਦੀ ਰਚਨਾ ਵੀ ਕੀਤੀ ਹੈ। ਅਜਿਹੇ ਹੀ ਇੱਕ ਪ੍ਰੋਫੈਸਰ ਹਨ ਸ਼੍ਰੀਮਾਨ ਬੋਰਿਸ ਜਾਖਰਿਨ, ਰਸ਼ੀਆ ਵਿੱਚ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਇਹ ਸੰਸਕ੍ਰਿਤ ਪੜ੍ਹਾਉਂਦੇ ਹਨ। ਉਹਨਾਂ ਨੇ ਕਈ ਖੋਜ ਪੱਤਰ ਅਤੇ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਉਹਨਾਂ ਨੇ ਕਈ ਕਿਤਾਬਾਂ ਦਾ ਸੰਸਕ੍ਰਿਤ ਤੋਂ ਰੂਸੀ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਹੈ। ਇਸੇ ਤਰ੍ਹਾਂ ਸਿਡਨੀ ਸੰਸਕ੍ਰਿਤ ਸਕੂਲ ਆਸਟ੍ਰੇਲੀਆ ਦੇ ਉਹਨਾਂ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਵਿਦਿਆਰਥੀਆਂ ਨੂੰ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾਂਦੀ ਹੈ। ਇਹ ਸਕੂਲ ਬੱਚਿਆਂ ਲਈ ਸੰਸਕ੍ਰਿਤ ਗ੍ਰਾਮਰ ਕੈਂਪ, ਸੰਸਕ੍ਰਿਤ ਨਾਟਕ ਅਤੇ ਸੰਸਕ੍ਰਿਤ ਦਿਵਸ ਵਰਗੇ ਪ੍ਰੋਗਰਾਮਾਂ ਦਾ ਵੀ ਪ੍ਰਬੰਧ ਕਰਦੇ ਹਨ। ਸਾਥੀਓ, ਹਾਲ ਦੇ ਦਿਨਾਂ ਵਿੱਚ ਜੋ ਉਪਰਾਲੇ ਹੋਏ ਹਨ ਉਹਨਾਂ ਨਾਲ ਸੰਸਕ੍ਰਿਤ ਨੂੰ ਲੈ ਕੇ ਇੱਕ ਨਵੀਂ ਜਾਗਰੂਕਤਾ ਆਈ ਹੈ। ਹੁਣ ਸਮਾਂ ਹੈ ਕਿ ਇਸ ਦਿਸ਼ਾ ਵਿੱਚ ਅਸੀਂ ਆਪਣੇ ਯਤਨ ਹੋਰ ਵਧਾਈਏ। ਸਾਡੀ ਵਿਰਾਸਤ ਨੂੰ ਸੰਜੋਣਾ, ਉਸ ਨੂੰ ਸੰਭਾਲਣਾ, ਨਵੀਂ ਪੀੜ੍ਹੀ ਨੂੰ ਦੇਣਾ, ਇਹ ਆਪਣਾ ਸਭ ਦਾ ਫਰਜ਼ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਉਸ ਉੱਤੇ ਹੱਕ ਵੀ ਹੈ। ਹੁਣ ਸਮਾਂ ਹੈ ਇਹਨਾਂ ਕੰਮਾਂ ਲਈ ਵੀ ਸਭ ਦੇ ਯਤਨ ਹੋਰ ਵਧਣ। ਸਾਥੀਓ, ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਜਾਣਦੇ ਹੋ, ਅਜਿਹੀ ਕੋਈ ਜਾਣਕਾਰੀ ਤੁਹਾਡੇ ਕੋਲ ਹੈ, ਤਾਂ ਕਿਰਪਾ ਕਰਕੇ #ਸੈਲੀਬ੍ਰੇਟਿੰਗ ਸੰਸਕ੍ਰਿਤ ਦੇ ਨਾਲ ਸੋਸ਼ਲ ਮੀਡੀਆ ਉੱਤੇ ਉਹਨਾਂ ਨਾਲ ਸੰਬੰਧਿਤ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਅਗਲੇ ਕੁਝ ਦਿਨਾਂ ਵਿੱਚ ਹੀ ਵਿਸ਼ਵਕਰਮਾ ਜਯੰਤੀ ਵੀ ਆਉਣ ਵਾਲੀ ਹੈ। ਭਗਵਾਨ ਵਿਸ਼ਵਕਰਮਾ ਨੂੰ ਆਪਣੇ ਇੱਥੇ ਸੰਸਾਰ ਦੀ ਸਿਰਜਣ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਜੋ ਵੀ ਆਪਣੀ ਕੁਸ਼ਲਤਾ ਨਾਲ ਕਿਸੇ ਚੀਜ਼ ਦਾ ਨਿਰਮਾਣ ਕਰਦਾ ਹੈ, ਸਿਰਜਣ ਕਰਦਾ ਹੈ, ਚਾਹੇ ਉਹ ਸਿਲਾਈ ਕਢਾਈ ਹੋਵੇ, ਸੌਫਟਵੇਅਰ ਹੋਵੇ ਜਾਂ ਫਿਰ ਸੈਟੇਲਾਈਟ, ਇਹ ਸਭ ਭਗਵਾਨ ਵਿਸ਼ਵਕਰਮਾ ਦਾ ਪ੍ਰਗਟੀਕਰਨ ਹੈ। ਦੁਨੀਆ ਵਿੱਚ ਬੇਸ਼ੱਕ ਸਕਿੱਲ ਦੀ ਪਹਿਚਾਣ ਅੱਜ ਨਵੇਂ ਤਰੀਕੇ ਨਾਲ ਹੋ ਰਹੀ ਹੈ, ਪਰ ਸਾਡੇ ਰਿਸ਼ੀਆਂ ਨੇ ਤਾਂ ਹਜ਼ਾਰਾਂ ਸਾਲਾਂ ਤੋਂ ਸਕਿੱਲ ਅਤੇ ਸਕੇਲ ਉੱਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਸਕਿੱਲ ਨੂੰ, ਹੁਨਰ ਨੂੰ, ਕੌਸ਼ਲ ਨੂੰ ਸ਼ਰਧਾ ਨਾਲ ਜੋੜ ਕੇ ਸਾਡੇ ਜੀਵਨ ਦਰਸ਼ਨ ਦਾ ਹਿੱਸਾ ਬਣਾ ਦਿੱਤਾ ਹੈ। ਸਾਡੇ ਵੇਦਾਂ ਨੇ ਵੀ ਕਈ ਭਜਨ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਕੀਤੇ ਹਨ। ਸ੍ਰਿਸ਼ਟੀ ਦੀਆਂ ਜਿੰਨੀਆਂ ਵੀ ਵੱਡੀਆਂ ਰਚਨਾਵਾਂ ਹਨ, ਜੋ ਵੀ ਨਵੇਂ ਅਤੇ ਵੱਡੇ ਕੰਮ ਹੋਏ ਨੇ, ਸਾਡੇ ਸ਼ਾਸਤਰਾਂ ਵਿੱਚ ਉਹਨਾਂ ਦਾ ਸਿਹਰਾ ਭਗਵਾਨ ਵਿਸ਼ਵਕਰਮਾ ਨੂੰ ਹੀ ਦਿੱਤਾ ਗਿਆ ਹੈ। ਇਹ ਇੱਕ ਤਰ੍ਹਾਂ ਨਾਲ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ ਡਿਵੈਲਪਮੈਂਟ ਅਤੇ ਇਨੋਵੇਸ਼ਨ ਹੁੰਦਾ ਹੈ, ਉਹ ਸਕਿੱਲਸ ਦੇ ਜ਼ਰੀਏ ਹੀ ਹੁੰਦਾ ਹੈ। ਭਗਵਾਨ ਵਿਸ਼ਵਕਰਮਾ ਦੀ ਜਯੰਤੀ ਅਤੇ ਉਹਨਾਂ ਦੀ ਪੂਜਾ ਦੇ ਪਿੱਛੇ ਇਹੀ ਭਾਵ ਹੈ ਅਤੇ ਸਾਡੇ ਸ਼ਾਸਤਰਾਂ ਵਿੱਚ ਇਹ ਵੀ ਕਿਹਾ ਗਿਆ ਹੈ, ਵਿਸ਼ਵਸਯ ਕ੍ਰਿਤੇ ਯਸਯ ਕਰਮ ਵਪਾਰਹ ਸਹ ਵਿਸ਼ਵਕਰਮਾ, ਭਾਵ ਜੋ ਸ੍ਰਿਸ਼ਟੀ ਅਤੇ ਨਿਰਮਾਣ ਨਾਲ ਜੁੜੇ ਸਾਰੇ ਕਰਮ ਕਰਦਾ ਹੈ ਉਹ ਵਿਸ਼ਵਕਰਮਾ ਹੈ। ਸਾਡੇ ਸ਼ਾਸਤਰਾਂ ਦੀ ਨਜ਼ਰ ਵਿੱਚ ਸਾਡੇ ਆਲੇ ਦੁਆਲੇ ਨਿਰਮਾਣ ਅਤੇ ਸਿਰਜਣ ਵਿੱਚ ਲੱਗੇ ਜਿੰਨੇ ਵੀ ਸਕਿਲਡ ਹੁਨਰਮੰਦ ਲੋਕ ਹਨ, ਉਹ ਭਗਵਾਨ ਵਿਸ਼ਵਕਰਮਾ ਦੀ ਵਿਰਾਸਤ ਹਨ। ਇਹਨਾਂ ਦੇ ਬਿਨਾਂ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਸੋਚ ਕੇ ਵੇਖੋ, ਤੁਹਾਡੇ ਘਰ ਵਿੱਚ ਬਿਜਲੀ ਦੀ ਕੋਈ ਮੁਸ਼ਕਿਲ ਆ ਜਾਵੇ ਅਤੇ ਤੁਹਾਨੂੰ ਕੋਈ ਇਲੈਕਟ੍ਰੀਸ਼ੀਅਨ ਨਾ ਮਿਲੇ ਤਾਂ ਕੀ ਹੋਵੇਗਾ? ਤੁਹਾਡੇ ਸਾਹਮਣੇ ਕਿੰਨੀ ਵੱਡੀ ਪਰੇਸ਼ਾਨੀ ਆ ਜਾਵੇਗੀ। ਸਾਡਾ ਜੀਵਨ ਅਜਿਹੇ ਹੀ ਲੋਕਾਂ, ਅਨੇਕਾਂ ਸਕਿਲਡ ਲੋਕਾਂ ਦੀ ਵਜ੍ਹਾ ਕਰਕੇ ਚੱਲਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਵੇਖੋ, ਲੋਹੇ ਦਾ ਕੰਮ ਕਰਨ ਵਾਲੇ ਹੋਣ,
ਮਿੱਟੀ ਦੇ ਬਰਤਨ ਬਣਾਉਣ ਵਾਲੇ ਹੋਣ, ਲੱਕੜ ਦਾ ਸਮਾਨ ਬਣਾਉਣ ਵਾਲੇ ਹੋਣ, ਬਿਜਲੀ ਦਾ ਕੰਮ ਕਰਨ ਵਾਲੇ ਹੋਣ, ਘਰਾਂ ਵਿੱਚ ਪੇਂਟ ਕਰਨ ਵਾਲੇ ਹੋਣ, ਸਫਾਈ ਕਰਮੀ ਹੋਣ, ਜਾਂ ਫਿਰ ਮੋਬਾਈਲ, ਲੈਪਟਾਪ ਜਾਂ ਰਿਪੇਅਰ ਕਰਨ ਵਾਲੇ, ਇਹ ਸਾਰੇ ਸਾਥੀ ਆਪਣੀ ਸਕਿੱਲ ਕਰਕੇ ਹੀ ਜਾਣੇ ਜਾਂਦੇ ਹਨ। ਆਧੁਨਿਕ ਸਰੂਪ ਵਿੱਚ ਇਹ ਵੀ ਵਿਸ਼ਵਕਰਮਾ ਹੀ ਹਨ। ਪਰ ਸਾਥੀਓ, ਇਸ ਦਾ ਇੱਕ ਹੋਰ ਪਹਿਲੂ ਵੀ ਹੈ ਅਤੇ ਉਹ ਕਦੇ-ਕਦੇ ਚਿੰਤਾ ਵੀ ਵਧਾਉਂਦਾ ਹੈ। ਜਿਸ ਦੇਸ਼ ਵਿੱਚ, ਜਿੱਥੋਂ ਦੀ ਸੰਸਕ੍ਰਿਤੀ ਵਿੱਚ, ਪਰੰਪਰਾ ਵਿੱਚ, ਸੋਚ ਵਿੱਚ ਹੁਨਰ ਨੂੰ, ਸਕਿੱਲ, ਮੈਨਪਾਵਰ ਨੂੰ ਭਗਵਾਨ ਵਿਸ਼ਵਕਰਮਾ ਦੇ ਨਾਲ ਜੋੜ ਦਿੱਤਾ ਗਿਆ ਹੋਵੇ, ਉੱਥੇ ਹਾਲਾਤ ਕਿਵੇਂ ਬਦਲ ਗਏ। ਕਿਸੇ ਵੇਲੇ ਸਾਡੇ ਪਰਿਵਾਰਕ ਜੀਵਨ, ਸਮਾਜਿਕ ਜੀਵਨ, ਰਾਸ਼ਟਰ ਜੀਵਨ ਉੱਤੇ ਕੌਸ਼ਲ ਦਾ ਬਹੁਤ ਵੱਡਾ ਪ੍ਰਭਾਵ ਰਹਿੰਦਾ ਸੀ। ਪਰ ਗੁਲਾਮੀ ਦੇ ਲੰਬੇ ਕਾਲਖੰਡ ਵਿੱਚ ਹੁਨਰ ਨੂੰ ਇਸ ਤਰ੍ਹਾਂ ਦਾ ਸਨਮਾਨ ਦੇਣ ਵਾਲੀ ਭਾਵਨਾ ਹੌਲੀ-ਹੌਲੀ ਭੁਲਾ ਦਿੱਤੀ ਗਈ। ਸੋਚ ਕੁਝ ਅਜਿਹੀ ਬਣ ਗਈ ਕਿ ਹੁਨਰ ਆਧਾਰਿਤ ਕੰਮਾਂ ਨੂੰ ਛੋਟਾ ਸਮਝਿਆ ਜਾਣ ਲੱਗਿਆ। ਅਤੇ ਹੁਣ ਅੱਜ ਵੇਖੋ, ਪੂਰੀ ਦੁਨੀਆ ਸਭ ਤੋਂ ਵੱਧ ਹੁਨਰ ਭਾਵ ਸਕਿੱਲ ਉੱਤੇ ਹੀ ਜ਼ੋਰ ਦੇ ਰਹੀ ਹੈ। ਭਗਵਾਨ ਵਿਸ਼ਵਕਰਮਾ ਦੀ ਪੂਜਾ ਵੀ ਸਿਰਫ ਰਸਮਾਂ ਨਾਲ ਹੀ ਪੂਰੀ ਨਹੀਂ ਹੁੰਦੀ। ਸਾਨੂੰ ਹੁਨਰ ਨੂੰ ਸਨਮਾਨ ਦੇਣਾ ਪਵੇਗਾ। ਹੁਨਰਮੰਦ ਹੋਣ ਲਈ ਮਿਹਨਤ ਕਰਨੀ ਹੋਵੇਗੀ। ਹੁਨਰਮੰਦ ਹੋਣ ਦਾ ਮਾਣ ਹੋਣਾ ਚਾਹੀਦਾ ਹੈ। ਜਦੋਂ ਅਸੀਂ ਕੁਝ ਨਾ ਕੁਝ ਨਵਾਂ ਕਰੀਏ, ਕੁਝ ਇਨੋਵੇਟ ਕਰੀਏ, ਕੁਝ ਅਜਿਹੀ ਸਿਰਜਣਾ ਕਰੀਏ ਜਿਸ ਨਾਲ ਸਮਾਜ ਦਾ ਹਿੱਤ ਹੋਵੇ, ਲੋਕਾਂ ਦਾ ਜੀਵਨ ਸੁਖਾਲਾ ਬਣੇ, ਤਦ ਸਾਡੀ ਵਿਸ਼ਵਕਰਮਾ ਪੂਜਾ ਸਾਰਥਕ ਹੋਵੇਗੀ। ਅੱਜ ਦੁਨੀਆ ਵਿੱਚ ਸਕਿੱਲਡ ਲੋਕਾਂ ਲਈ ਮੌਕਿਆਂ ਦੀ ਘਾਟ ਨਹੀਂ ਹੈ। ਤਰੱਕੀ ਦੇ ਕਿੰਨੇ ਸਾਰੇ ਰਾਹ ਅੱਜ ਸਕਿੱਲਸ ਨਾਲ ਤਿਆਰ ਹੋ ਰਹੇ ਹਨ। ਤਾਂ ਆਓ ਇਸ ਵਾਰ ਆਪਾਂ ਭਗਵਾਨ ਵਿਸ਼ਵਕਰਮਾ ਦੀ ਪੂਜਾ ਉੱਤੇ ਸ਼ਰਧਾ ਦੇ ਨਾਲ ਉਹਨਾਂ ਦੇ ਸੁਨੇਹੇ ਨੂੰ ਵੀ ਅਪਣਾਉਣ ਦਾ ਸੰਕਲਪ ਕਰੀਏ। ਸਾਡੀ ਪੂਜਾ ਦਾ ਭਾਵ ਇਹੀ ਹੋਣਾ ਚਾਹੀਦਾ ਹੈ ਕਿ ਅਸੀਂ ਸਕਿੱਲ ਦੇ ਮਹੱਤਵ ਨੂੰ ਸਮਝਾਂਗੇ ਅਤੇ ਸਕਿੱਲਡ ਲੋਕਾਂ ਨੂੰ, ਚਾਹੇ ਉਹ ਕੋਈ ਵੀ ਕੰਮ ਕਰਦਾ ਹੋਵੇ, ਉਹਨਾਂ ਨੂੰ ਪੂਰਾ ਸਨਮਾਨ ਵੀ ਦੇਵਾਂਗੇ। ਮੇਰੇ ਪਿਆਰੇ ਦੇਸ਼ ਵਾਸੀਓ, ਇਹ ਸਮਾਂ ਆਜ਼ਾਦੀ ਦੇ 75ਵੇਂ ਸਾਲ ਦਾ ਹੈ। ਇਸ ਸਾਲ ਤਾਂ ਆਪਾਂ ਹਰ ਦਿਨ ਨਵੇਂ ਸੰਕਲਪ ਲੈਣੇ ਹਨ, ਨਵਾਂ ਸੋਚਣਾ ਹੈ ਅਤੇ ਕੁਝ ਨਵਾਂ ਕਰਨ ਦਾ ਆਪਣਾ ਜਜ਼ਬਾ ਵਧਾਉਣਾ ਹੈ। ਸਾਡਾ ਭਾਰਤ ਜਦੋਂ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਤਦ ਸਾਡੇ ਇਹ ਸੰਕਲਪ ਹੀ ਉਸ ਦੀ ਸਫਲਤਾ ਦੀ ਬੁਨਿਆਦ ਵਿੱਚ ਨਜ਼ਰ ਆਉਣਗੇ। ਇਸ ਲਈ ਆਪਾਂ ਇਹ ਮੌਕਾ ਜਾਣ ਨਹੀਂ ਦੇਣਾ ਹੈ। ਆਪਾਂ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣਾ ਹੈ। ਅਤੇ ਇਹਨਾਂ ਯਤਨਾਂ ਦਰਮਿਆਨ ਆਪਾਂ ਇੱਕ ਗੱਲ ਹੋਰ ਯਾਦ ਰੱਖਣੀ ਹੈ, ਦਵਾਈ ਵੀ, ਕੜਾਈ ਵੀ। ਦੇਸ਼ ਵਿੱਚ 62 ਕਰੋੜ ਤੋਂ ਵੱਧ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਪਰ ਫਿਰ ਵੀ ਆਪਾਂ ਸਾਵਧਾਨੀ ਰੱਖਣੀ ਹੈ, ਚੁਕੰਨੇ ਰਹਿਣਾ ਹੈ। ਅਤੇ ਹਾਂ, ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਤੁਸੀਂ ਕੁਝ ਨਵਾਂ ਕਰੋ, ਨਵਾਂ ਸੋਚੋ, ਤਾਂ ਉਸ ਵਿੱਚ ਮੈਨੂੰ ਵੀ ਜ਼ਰੂਰ ਸ਼ਾਮਲ ਕਰਨਾ। ਮੈਨੂੰ ਤੁਹਾਡੇ ਪੱਤਰਾਂ ਅਤੇ ਮੈਸੇਜਿਸ ਦੀ ਉਡੀਕ ਰਹੇਗੀ। ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਆਉਣ ਵਾਲੇ ਤਿਉਹਾਰਾਂ ਲਈ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਧੰਨਵਾਦ। ਨਮਸਕਾਰ।